ਵਾਹਿਗੁਰੂ ਜੀ ਕੀ ਫਤਿਹ ਹੈ। ਬਿਗਨ ਬਿਨਸਨ ਸੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਗਨ ਬਿਨਸਨ ਸੋਏ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਸ੍ਰੀ ਰਾਗ ਮਹਲਾ ਪਹਿਲਾ। ਚਿਤੈ ਦਿਸੈ ਘੋਲ ਹਰ ਬੱਗੇ ਬੰਕ ਦੁਆਰ। ਕਰ ਮਨ ਖੁਸ਼ੀ ਉਸਾਰਿਆ ਦੂਜੈ ਹੇਤ ਪਿਆਰ। ਚਿਤੈ ਦਿਸੈ ਧੌਲ ਹਰ ਬੱਗੇ ਬੰਕ ਦੁਆਰ। ਕਰ ਮਨ ਖੁਸ਼ੀ ਉਸਾਰਿਆ ਦੂਜੈ ਹੇਤ ਪਿਆਰ। ਅੰਦਰੋਂ ਖਾਲੀ ਪ੍ਰੇਮ ਬਿਨ ਢਹਿ ਢੇਰੀ ਤਨ ਛਾਰ। ਭਾਈ ਰੇ ਤਨ ਤਨ ਸਾਥ ਨ ਹੋਏ। ਰਾਮ ਨਾਮ ਧਨ ਨਿਰਮਲ ਗੁਰ ਦਾਤ ਕਰੇ ਪ੍ਰਭ ਸੋਏ। ਰਹਾਉ ਰਾਮ ਨਾਮ ਧਨ ਨਿਰਮਲੋ ਗੁਰ ਦਾਤ ਕਰੇ ਪ੍ਰਭ ਸੋਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੇ ਗੁਰ ਸਵਾਰੇ ਸਤਸੰਗੀ ਜਨੋ। ਰੋਜ਼ਾਨਾ ਦੀ ਤਰ੍ਹਾਂ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ਼ ਦਾ ਸਦਕਾ ਪਵਿੱਤਰ ਬਾਣੀ ਦੀ ਵਿਚਾਰ ਨਾਲ ਜੁੜਨਾ ਕਰੀਏ ਜੀ। ਇਹ ਪਵਿੱਤਰ ਵਚਨ ਪਹਿਲੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਉਚਾਰਨ ਕੀਤੇ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਅੰਗ 62 ਉੱਪਰ ਸੁਭਾਏਮਾਨ ਹਨ। ਆਓ ਇਹਨਾਂ ਪਵਿੱਤਰ ਬਚਨਾਂ ਰਾਹੀਂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕੀ ਬਖਸ਼ਿਸ਼ ਕਰਦੇ ਹਨ ਸਰਵਣ ਕਰੀਏ। ਉਸ ਤੋਂ ਪਹਿਲਾਂ ਗੁਰੂ ਚਰਨਾਂ ਵਿਖੇ ਲਵਾਈਏ ਹਾਜ਼ਰੀਆਂ। ਗੁਰੂ ਕਾ ਬਖਸ਼ਿਆ ਫਤਿਹ ਦਾ ਨਾਰਾ ਕਰੋ ਬੁਲੰਦ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਰਾਗ ਮਹਲਾ ਪਹਿਲਾ। ਚਿੱਤੇ ਦਿਸੈ ਧੌਲ ਹਰ ਬੱਗੇ ਬੰਕ ਦੁਆਰ। ਇਹ ਪਵਿੱਤਰ ਬਚਨ ਰਾਗ ਸ੍ਰੀ ਰਾਗ ਵਿੱਚ ਪਹਿਲੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਬਖਸ਼ਿਸ਼ ਕਰਦੇ ਹੈ ਕੁਝ ਸੰਸਾਰ ਦੀ ਉਦਾਹਰਨ ਦੇ ਕਰਕੇ। ਕਿ ਜਿਸ ਤਰ੍ਹਾਂ ਮਾਨੋ ਮਨੁੱਖ ਨੇ ਬੜਾ ਸੁੰਦਰ ਘਰ ਮਹਿਲ ਹਵੇਲੀ ਧੌਲਰ ਬਣਾਇਆ। ਧੌਲਰ ਪੁਰਾਣਾ ਸ਼ਬਦ ਹੈ। ਪਹਿਲਾਂ ਧੌਲਰ ਮਹਿਲ ਨੂੰ ਕਹਿੰਦੇ ਸੀ, ਅੱਜ ਕੱਲ੍ਹ ਆਪਾਂ ਕੋਠੀ ਕਹਿ ਦਿੰਦੇ ਹਾਂ। ਪਹਿਲਾਂ ਮਹਿਲ ਧੌਲਰ ਕਹਿੰਦੇ ਸੀ। ਕਹਿੰਦੇ ਜਿਵੇਂ ਕਿਸੇ ਮਨੁੱਖ ਨੇ ਬੜਾ ਸੁੰਦਰ ਘਰ ਬਣਾਇਆ ਹੋਵੇ ਚਿੱਤਰਕਲਾ ਕਰਕੇ ਚਿੱਤਰਕਾਰੀ ਕਰਕੇ ਬੜੀ ਸੁੰਦਰਤਾ ਦੇ ਨਾਲ, ਔਰ ਉਸ ਦੇ ਅੰਦਰ ਬੜੇ ਸੁੰਦਰ ਦਰਵਾਜ਼ੇ ਲਾਏ ਹੋਣ। ਬੱਗੇ ਬੰਕ ਦੁਆਰ ਸਫੈਦ ਚਿੱਟੇ ਸੁੰਦਰ ਦਰਵਾਜ਼ੇ ਹੋਣ। ਚੂਨੇ ਦੀ ਥਾਂ ਤੇ ਚਿੱਟਾ ਸੰਗਮਰਮਰ ਕਿਉਂ ਨਾ ਲਾਇਆ ਹੋਵੇ। ਬੜੇ ਖੁਸ਼ੀ ਦੇ ਨਾਲ ਮਨੁੱਖ ਐਸੇ ਮਕਾਨਾਂ ਦੀ ਤਿਆਰੀ ਕਰਦਾ ਜਿਹੋ ਜਿਹਾ ਕਿਸੇ ਦਾ ਬਿੱਤ ਹੈ ਨਾ। ਪੂਰਾ ਜ਼ੋਰ ਲਾ ਕੇ ਬੰਦਾ ਆਪਣੇ ਰਹਿਣ ਲਈ ਘਰ ਬਣਾਉਂਦਾ ਹੈ। ਔਰ ਉਸਾਰ ਤਾਂ ਲਿਆ ਬਣਾ ਲਿਆ, ਹੁਣ ਉਹਦੇ ਵਿੱਚ ਕੋਈ ਰਿਹਾਇਸ਼ ਨਾ ਕਰੇ, ਉਹਦੇ ਵਿੱਚ ਰਹਿਣਾ ਨਾ ਕਰੇ, ਤੇ ਉਹ ਘਰ ਜਿਹੜੇ ਹਨ ਕਿਸੇ ਕੰਮ ਦੇ ਨਹੀਂ।
ਜੇ ਉਹਨਾਂ ਘਰਾਂ ਵਿੱਚ ਰਹਿਣ ਵਾਲਾ ਨਾ ਕੋਈ ਹੋਵੇ, ਤੇ ਬਹੁਤ ਸਾਰੇ ਘਰ ਆਪਾਂ ਦੇਖਦੇ ਆ ਜਿਨ੍ਹਾਂ ਨੂੰ ਜਿੰਦੇ ਲੱਗੇ ਆ, ਖਾਲੀ ਪਏ ਆ, ਉਹਨਾਂ ਦੇ ਮਾਲਕ ਨਹੀਂ ਆ ਉਹਨਾਂ ਦੇ ਵਿੱਚ, ਤੇ ਕੀ ਹੁੰਦਾ ਅਖੀਰ ਉਹ ਢਹਿ ਜਾਂਦੇ ਨੇ, ਡਿੱਗ ਜਾਂਦੇ ਹਨ, ਕਿਉਂਕਿ ਉਹਨਾਂ ਦਾ ਮਾਲਕ, ਉਹਨਾਂ ਦੀ ਸੰਭਾਲ ਕਰਨ ਵਾਲਾ ਉਹਨਾਂ ਵਿੱਚ ਰਹਿੰਦਾ ਹੀ ਨਹੀਂ। ਕਰ ਮਨ ਖੁਸ਼ੀ ਉਸਾਰਿਆ, ਦੂਜਾ ਹੇਤ ਪਿਆਰ, ਅੰਦਰੋਂ ਖਾਲੀ ਪ੍ਰੇਮ ਵੇ ਢਹਿ ਢੇਰੀ ਤਨ ਸ਼ਾਰ। ਹੁਣ ਉਦਾਹਰਨ ਤਾਂ ਕੋਠੀ ਦੀ, ਮਹਿਲ ਦੀ ਦਿੱਤੀ ਹੈ, ਘਰ ਦੀ ਦਿੱਤੀ ਆ, ਕਿਉਂਕਿ ਘਰ ਵੀ ਬੰਦੇ ਦਾ ਆਸਰਾ ਸਮਝਦਾ ਹੈ। ਮਨੁੱਖ ਜਿਹੜਾ ਹੈ ਘਰ ਨੂੰ ਆਪਣਾ ਆਸਰਾ ਸਮਝਦਾ ਹੈ, ਔਰ ਘਰ ਭਾਵੇਂ ਬੋਲਦਾ ਨਹੀਂ, ਉਹ ਵੀ ਸੋਚਦਾ ਕਿ ਮੇਰੇ ਵਿੱਚ ਕੁਝ ਰਹਿਣ ਵਾਲੇ ਆਉਣ, ਪਰ ਜੇ ਨਾ ਰਹਿੰਦੇ ਹੋਣ ਤੇ ਉਹ ਵੀ ਉਦਾਸ ਹੋ ਜਾਂਦੇ ਆ, ਢਹਿ ਜਾਂਦੇ ਆ, ਖਤਮ ਹੋ ਜਾਂਦੇ ਆ, ਪੁਰਾਣੇ ਹੋ ਜਾਂਦੇ ਆ। ਇਸੇ ਤਰ੍ਹਾਂ ਹੀ ਅਕਾਲ ਪੁਰਖ ਨੇ ਬੜੀ ਕਿਰਪਾ ਕੀਤੀ, ਇਹ ਸੁੰਦਰ ਸਰੀਰ ਰੂਪੀ ਘਰ ਸਾਨੂੰ ਬਣਾ ਕੇ ਦਿੱਤਾ। ਪਰਿਪੂਰਨ ਪਰਮੇਸ਼ਰ ਪਰਮਾਤਮਾ ਨੇ ਇਹ ਜਿਹੜਾ ਸੁੰਦਰ ਘਰ ਸਾਡੇ ਲਈ ਬਣਾਇਆ, ਇਹਦੇ ਵਿੱਚ ਵੀ ਚਿੱਤਰ ਕਲਾ ਕੀਤੀ। ਸੁੰਦਰ ਨੇਤਰ, ਨੇਤਰਾਂ ਉੱਤੇ ਭਵਾ ਸੇਲੀਆਂ, ਮਨੁੱਖ ਦੇ ਸੁੰਦਰ ਦਾੜਾ, ਸੁੰਦਰ ਕੇਸ, ਇਸਤਰੀ ਦੇ 16 ਸ਼ਿੰਗਾਰ, ਲੰਬੇ ਕੇਸ ਆਦਿ। ਇਸਤਰੀ ਨੂੰ ਵੀ ਸੁੰਦਰ ਚਿੱਤਰ ਕਲਾ ਨਾਲ ਸਜਾਇਆ ਗਿਆ। ਇਸਤਰੀ ਦੇ ਸਰੀਰ ਨੂੰ, ਮਨੁੱਖ ਦੇ ਸਰੀਰ ਨੂੰ ਪਰਮੇਸ਼ਰ ਨੇ ਬੜਾ ਸੋਹਣਾ ਬਣਾ ਕੇ ਦਿੱਤਾ ਇਸ ਨੂੰ। ਹੁਣ ਜੇ ਇਹ ਸਰੀਰ ਦੇ ਵਿੱਚ ਉਸ ਪਰਮੇਸ਼ਰ ਨਾਲ ਪਿਆਰ ਨਹੀਂ, ਅੰਦਰੋਂ ਖਾਲੀ ਹੈ, ਭਾਵ ਇਹਦੇ ਅੰਦਰ ਪ੍ਰੇਮ ਨਹੀਂ ਹੈ, ਪਿਆਰ ਨਹੀਂ ਹੈ ਉਸ ਮਾਲਕ ਦੇ ਪ੍ਰਤੀ ਜਿਹਨੇ ਬਣਾਇਆ, ਇਹਦੇ ਵਿੱਚ ਉਹਨੂੰ ਵਸਾਉਂਦਾ ਨਹੀਂ, ਉਹਦਾ ਨਾਮ ਨਹੀਂ ਜਪਦਾ, ਤੇ ਇੱਕ ਦਿਨ ਇਹ ਵੀ ਉਸੇ ਤਰ੍ਹਾਂ ਬੜੀ ਜਲਦੀ ਖਤਮ ਹੋ ਜਾਣਾ ਹੈ, ਇਹਦਾ ਲਾਹਾ ਨਹੀਂ ਖੱਟਿਆ ਜਾਣਾ। ਪਾਤਸ਼ਾਹ ਜੀ ਕਹਿੰਦੇ ਕਾਇਆ ਕਾਮਨ ਅਤ ਸਵਾਲਿਓ। ਕਾਇਆ ਇਸਤਰੀ ਸਰੀਰ ਤੇ ਕਾਮਨ ਹੁੰਦੀ ਹੈ ਇਸਤਰੀ, ਇਹ ਦੋਨੇ ਹੀ ਸੁੰਦਰ ਲੱਗਦੀਆਂ ਹਨ, ਆਪਣੇ ਮਾਲਕ ਨਾਲ ਵਸਦੀਆਂ। ਕਾਇਆ ਵਿੱਚ ਇਹਦਾ ਮਾਲਕ ਸ਼ਬਦ ਹੋਵੇ, ਗੁਰਮੰਤਰ ਹੋਵੇ, ਵਾਹਿਗੁਰੂ ਮੰਤਰ, ਜਿਸ ਤਰ੍ਹਾਂ ਸਾਡਾ ਗੁਰਮਤਿ ਅਨੁਸਾਰ ਹੈ। ਹਿੰਦੂ ਵੀ ਰਾਮ ਰਾਮ ਜਪਦੇ ਆ, ਮੁਸਲਮਾਨ ਅੱਲਾ ਖੁਦਾ ਕਹਿੰਦੇ ਆ। ਇਹ ਸ਼ਬਦ ਇਹ ਸਰੀਰ ਦਾ ਮਾਲਕ ਹੈ ਅਸਲ ਵਿੱਚ। ਦੇਖਦੇ ਆ ਨਾ ਆਪਾਂ, ਜਦੋਂ ਸਰੀਰ ਬੋਲਣਾ ਬੰਦ ਕਰ ਦਿੰਦਾ, ਵਿੱਚੋਂ ਬੋਲਣ ਵਾਲਾ ਨਿਕਲ ਜਾਂਦਾ, ਸ਼ਬਦ ਉੱਡ ਜਾਂਦਾ, ਵਿੱਚੋਂ ਰੂਹ ਨਿਕਲ ਜਾਂਦੀ ਆ, ਤੇ ਅਸੀਂ ਉਹ ਸਰੀਰ ਨੂੰ ਚੱਕ ਕੇ ਅੱਗ 'ਚ ਪਾ ਦਿੰਦੇ ਆ, ਘਰੇ ਨਹੀਂ ਰੱਖਦੇ, ਉਹ ਬੋਲਦਾ ਹੀ ਨਹੀਂ ਹੁਣ। ਕਾਇਆ ਕਾਮਣ ਅਤ ਸਵਾਲਿਓ ਫਿਰ ਵਸੈ ਜਿਸ ਨਾਲੇ। ਉਹ ਕਾਇਆ ਭਾਵ ਉਹ ਦੇਹੀ, ਤੇ ਕਾਮਣ ਉਹ ਇਸਤਰੀ। ਸੁੰਦਰ ਲੱਗਦੀਆਂ, ਸੋਹਣੀਆਂ ਲੱਗਦੀਆਂ, ਸੁਖੀ ਵਸਦੀਆਂ, ਜਿਨ੍ਹਾਂ ਦਾ ਮਾਲਕ ਜਿਨ੍ਹਾਂ ਦੇ ਨਾਲ ਹੋਵੇ। ਸਰੀਰ ਦਾ ਮਾਲਕ ਸ਼ਬਦ ਹੈ, ਕਿਉਂਕਿ ਸਰੀਰਾਂ ਨੂੰ ਸ਼ਬਦ ਨੇ ਪੈਦਾ ਕੀਤਾ ਹੈ। ਸ਼ਬਦੇ ਧਰਤੀ ਸਬਦੇ ਆਕਾਸ਼, ਸ਼ਬਦ ਹੈ ਸ਼ਬਦ ਭਇਆ ਪ੍ਰਕਾਸ਼। ਸਗਲ ਸਮਗਰੀ ਸ਼ਬਦ ਕੈ ਪਾਛੈ, ਨਾਨਕ ਸ਼ਬਦ ਘਟੈ ਘਟ ਆਛੈ। ਸ਼ਬਦ ਕੋ ਚੀਨ ਭਾਈ, ਸ਼ਬਦ ਕੋ ਖੋਜ ਭਾਈ, ਸ਼ਬਦ ਕੇ ਚਾਨਣੇ ਇੱਕ ਵਸਤ ਪਾਈ। ਸ਼ਬਦ ਨ ਜਾਣੈ ਸੇ ਅੰਨੇ ਬੋਲੇ, ਸੇ ਕਿਤ ਆਏ ਸੰਸਾਰਾ। ਕਾਇਆ ਕਾਮਣ ਅਤ ਸਵਾਲਿਓ ਫਿਰ ਵਸੈ ਜਿਸ ਨਾਲੇ। ਫਿਰ ਸੱਚੇ ਤੇ ਸਦਾ ਸੁਹਾਗਣ ਗੁਰ ਕਾ ਸ਼ਬਦ ਸੰਭਾਲੇ। ਪਹਿਲਾਂ ਉਦਾਹਰਨ ਦਿੱਤੀ ਜਾਂਦੀ ਹੈ, ਫਿਰ ਜਿਹੜੀ ਖਾਸ ਗੱਲ ਮੇਨ ਸਰੀਰ ਦੀ ਆ ਉਹ ਕੀਤੀ ਜਾਂਦੀ ਆ। ਇਹ ਸਰੀਰ ਸਾਡਾ ਤਾਂ ਹੀ ਸੋਹਣਾ ਲੱਗਦਾ ਹੈ ਜੇ ਇਹ ਮਾਲਕ ਦੇ ਨਾਲ ਜੁੜੇ, ਜੇ ਇਹਦਾ ਮਾਲਕ ਇਹਦੇ ਵਿੱਚ ਵਸਦਾ ਰਵੇ। ਤੇ ਨਹੀਂ ਤਾਂ ਫਿਰ ਮੇਰੇ ਪ੍ਰੀਤਮ ਨੇ ਇਸ ਵਿਸ਼ੇ ਤੇ ਇੱਕ ਹੋਰ ਬਚਨ ਕਹਿ ਦਿੱਤਾ, ਗੁਰਮੰਤਰ ਹੀਨਸ ਜੋ ਪ੍ਰਾਣੀ। ਜਿਹੜੇ ਪ੍ਰਾਣੀ ਗੁਰਮੰਤਰ ਨੂੰ ਜਪਦੇ ਨਹੀਂ, ਵਾਹਿਗੁਰੂ ਗੁਰਮੰਤਰ ਹੈ, ਜਪ ਹਉਮੈ ਖੋਈ, ਇਹਨੂੰ ਜਪਣਾ ਚਾਹੀਦਾ ਜੀਵਨ ਦੇ ਵਿੱਚ।
ਜਿਹੜੇ ਜਪਦੇ ਨਹੀਂ ਉਹਨਾਂ ਦੇ ਜੀਵਨ ਕਿਹੋ ਜਿਹੇ ਆ ਭਲਾ। ਪਾਤਸ਼ਾਹ ਕਹਿੰਦੇ ਗੁਰਮੰਤਰਹੀਨ ਜੋ ਪ੍ਰਾਣੀ ਤਰਗੰਤ ਜਨਮ ਭ੍ਰਸ਼ਟ ਨੇ। ਤ੍ਰਿਗ ਹੈ ਉਹਨਾਂ ਦੇ ਮਨੁੱਖ ਬਣਨ ਦੇ, ਕਿਉਂਕਿ ਬੱਚੇ ਤਾਂ ਪਸ਼ੂ ਪੰਛੀ ਵੀ ਪੈਦਾ ਕਰਦੇ ਆ, ਬੱਚਿਆਂ ਦਾ ਪਿਆਰ ਵੀ ਹੈ ਉਹਨਾਂ ਪਸ਼ੂਆਂ ਪੰਛੀਆਂ ਅੰਦਰ। ਤੇ ਫਿਰ ਮਨੁੱਖਾਂ ਦੇ ਹੀ ਕਾਹਦੇ ਵਾਸਤੇ ਮਿਲੀ ਬਈ? ਕੇਵਲ ਬੱਚੇ ਪੈਦਾ ਕਰਨ ਲਈ, ਪਾਲਣ ਲਈ ਨਹੀਂ। ਭਈ ਪ੍ਰਾਪਤ ਮਨੁੱਖ ਦੇ ਹੁਰੀਆ ਗੋਬਿੰਦ ਮਿਲਨ ਕੀ, ਇਹੋ ਤੇਰੀ ਬਰੀਆ ਅਵਰ ਕਾਜ ਤੇਰਾ ਕਿਤੈ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾ। ਇਹ ਸ਼੍ਰੋਮਣੀ ਮਨੁੱਖੀ ਜਾਮਾ ਜਿਹੜਾ ਹੈ ਸਾਨੂੰ ਪਰਮੇਸ਼ਰ ਦੇ ਮਿਲਾਪ ਲਈ ਮਿਲਿਆ। ਜੇ ਪਰਮੇਸ਼ਰ ਨਾਲ ਮਿਲਾਪ ਨਹੀਂ ਕੀਤਾ ਤਾਂ ਫਿਰ ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਵਿਚਾਰਾ ਕਰੇ ਦਿਨ ਰਾਤ, ਏਦਾਂ ਵੀ ਕਹਿ ਦਿੱਤਾ। ਗੁਰਮੰਤਰਹੀਨ ਜੋ ਪ੍ਰਾਣੀ ਤਿਰਗੰਤ ਜਨਮ ਭ੍ਰਸ਼ਟਨੈ, ਕੂਕਰੈ ਸੋਕਰੈ ਕਾਕਹਿ ਗਰਤ ਪੈ ਸਰਪਣੈ ਤੁਲ ਖਲੈ। ਉਹਨਾਂ ਲੋਕਾਂ ਦਾ ਜੀਵਨ ਫਿਰ ਇਹਨਾਂ ਟੇਢੀਆਂ ਜੂਨਾਂ ਵਾਲੇ ਜਾਨਵਰਾਂ ਵਰਗਾ ਹੀ ਹੈ, ਕਾਵਾਂ ਕੁੱਤਿਆਂ ਠੂਹਿਆਂ ਸੱਪਾਂ ਵਰਗਾ। ਪ੍ਰੀਤਮ ਜੀ ਕਹਿੰਦੇ ਜਿਹੜੇ ਸਰੀਰ ਦੇ ਅੰਦਰ ਪਰਮੇਸ਼ਰ ਦਾ ਨਾਮ ਨਹੀਂ ਵਸਦਾ ਉਹ ਖਤਮ ਹੋ ਜਾਣੇ ਹੈ ਤੇ ਉਹਨਾਂ ਦਾ ਕੋਈ ਲਾਹਾ ਨਹੀਂ ਖੱਟਿਆ ਜਾਣਾ। ਭਾਈ ਰੇ ਤਨ ਧਨ ਸਾਥ ਨਾ ਹੋਏ। ਹੇ ਭਾਈ, ਇਹ ਤਨ ਤੇ ਇਹ ਧਨ ਜਿਹਦੇ ਪਿੱਛੇ ਪਿੱਛੇ ਤੂੰ ਭੱਜਿਆ ਫਿਰਦਾ ਹੈ, ਰੱਬ ਨੂੰ ਯਾਦ ਨਹੀਂ ਕਰਦਾ, ਇਹਨਾਂ ਦੋਨਾਂ ਨੇ ਤੇਰੇ ਨਾਲ ਨਹੀਂ ਰਹਿਣਾ। ਮਤਲਬ ਕਿ ਆਪਾਂ ਸਰੀਰ ਨਹੀਂ ਹੈਗੇ। ਜਿਵੇਂ ਆਪਣੇ ਘਰ ਜਿੱਥੋਂ ਆਪਾਂ ਉੱਠ ਕੇ ਆਏ ਹਾਂ ਉੱਥੇ ਹੀ ਰਹਿ ਗਏ, ਆਪਾਂ ਤਾਂ ਇੱਥੇ ਆ ਗਏ ਸਰੀਰ ਕਰਕੇ। ਉਹ ਮਿੱਟੀ ਦੇ ਘਰ ਜਿੱਥੋਂ ਜਿੱਥੋਂ ਆਪ ਜੀ ਆਏ ਹੋ, ਕੋਈ ਕਿਸੇ ਮਹੱਲੇ ਚੋਂ ਕਿਸੇ ਮਹੱਲੇ ਚੋਂ, ਉਹ ਘਰ ਆਪਣੇ ਨਾਲ ਨਹੀਂ ਨਾ ਆਏ। ਇਸੇ ਤਰ੍ਹਾਂ ਜਦੋਂ ਕੱਲ੍ਹ ਨੂੰ ਅਸੀਂ ਆਪਣੇ ਅਸਲੀ ਘਰ ਪਰਮੇਸ਼ਰ ਦੇ ਘਰ ਵੱਲ ਜਾਣਾ ਹੋਣਾ, ਉਦੋਂ ਇਹ ਸਰੀਰ ਰੂਪੀ ਘਰ ਨੇ ਨਾਲ ਨਹੀਂ ਜਾਣਾ, ਕਿਉਂਕਿ ਮਾਤਲੋਕ ਚੋਂ ਮਿਲਿਆ ਮਾਤਾ ਪਿਤਾ ਦੇ ਰਾਹੀਂ, ਔਰ ਇਸ ਨੇ ਮਾਤਲੋਕ ਦੇ ਵਿੱਚ ਹੀ ਰਹਿਣਾ ਹੈ। ਔਰ ਜਿਸ ਤਰ੍ਹਾਂ ਸਰਾਂ ਦੇ ਵਿੱਚੋਂ ਕੋਈ ਵਸਤੂ ਆਪਾਂ ਲੈਂਦੇ ਹਾਂ ਰਾਤ ਕੱਟਣ ਵੇਲੇ, ਮੰਜਾ ਬਿਸਤਰਾ ਲੈਂਦੇ ਹਾਂ, ਭਾਂਡਾ ਲੈਂਦੇ ਹਾਂ ਰੋਟੀ ਖਾਣ ਵਾਸਤੇ, ਔਰ ਜਦੋਂ ਅਸੀਂ ਇਸ ਸਰਾਂ ਨੂੰ ਛੱਡ ਕੇ ਤੁਰਦੇ ਹਾਂ ਤੇ ਉਹ ਬਰਤਨ ਵੀ ਸਰਾਂ ਦੇ ਸਰਾਂ 'ਚ ਰਹਿ ਜਾਂਦੇ ਆ, ਮੰਜਾ ਬਿਸਤਰਾ ਵੀ ਉੱਥੇ ਛੱਡਣਾ ਪੈਂਦਾ, ਕਿਸੇ ਦੇ ਨਾਲ ਨਹੀਂ ਜਾਂਦਾ ਨਾ। ਇਸੇ ਤਰ੍ਹਾਂ ਦੁਨੀਆ ਇੱਕ ਸਰਾਂ ਹੈ। ਸਰਾਂ ਦੀਆਂ ਵਸਤੂਆਂ ਸਾਨੂੰ ਵਰਤਣ ਵਾਸਤੇ ਪਰਮੇਸ਼ਰ ਨੇ ਦਿੱਤੀਆਂ, ਪਰ ਇਹ ਵਸਤੂਆਂ ਨਾਲ ਜਾਣ ਵਾਲੀਆਂ ਨਹੀਂ। ਨਾਲ ਜਾਣ ਵਾਲਾ ਸੀ ਪਰਮੇਸ਼ਰ ਦਾ ਨਾਮ, ਸੁਰਤ ਅਤੇ ਸ਼ਬਦ ਦਾ ਮਿਲਾਪ। ਜਿੰਨਾ ਚਿਰ ਸੁਰਤ ਅਤੇ ਸ਼ਬਦ ਦਾ ਮਿਲਾਪ ਨਹੀਂ ਹੁੰਦਾ, ਉਹਨਾਂ ਚਿਰ ਸਾਡਾ ਮਨੁੱਖਾ ਜੀਵਨ ਧਾਰਨ ਦਾ ਕੋਈ ਜਿਹੜਾ ਮਕਸਦ ਹੈ ਪੂਰਾ ਨਹੀਂ ਹੁੰਦਾ। ਭਾਈ ਰੇ ਤਨ ਧਨ ਸਾਥ ਨਾ ਹੋਏ, ਰਾਮ ਨਾਮ ਧਨ ਨਿਰਮਲੋ। ਆਪਾਂ ਰਾਮ ਦੇ ਨਾਮ ਨੂੰ ਵੀ ਇਕੱਠਾ ਕਰ ਲਈਏ ਥੋੜਾ। ਇਹ ਨਹੀਂ ਕਹਿੰਦੇ ਪਾਤਸ਼ਾਹ ਕਿ ਤੂੰ ਕੰਮਕਾਰ ਛੱਡ ਕੇ ਬਹਿ ਜਾ ਪਰੇ ਹੋ ਕੇ, ਨਹੀਂ। ਠੀਕ ਹੈ, ਸਰੀਰ ਨੂੰ ਚਲਾਉਣ ਵਾਸਤੇ ਸਰੀਰ ਦੀ ਖੁਰਾਕ ਚਾਹੀਦੀ ਹੈ, ਖੁਰਾਕ ਵਾਸਤੇ ਦਿਹਾੜੀ ਡਿਊਟੀ ਮਜ਼ਦੂਰੀ ਕਰਨੀ ਪੈਂਦੀ ਆ, ਕਰੋ। 8 ਘੰਟੇ 10 ਘੰਟੇ ਅਸੀਂ ਡਿਊਟੀ ਕਰਦੇ ਹਾਂ, ਪਰ ਇਹਦੇ ਨਾਲ ਹੀ ਪਾਤਸ਼ਾਹ ਜੀ ਕਹਿੰਦੇ ਭਲਿਆ ਜਿਹੜਾ ਮਨੁੱਖਾ ਦੇਹੀ ਦਾ ਅਸਲੀ ਮਕਸਦ ਹੈ ਉਹ ਵੀ ਪੂਰਾ ਕਰ ਲੈ। ਵਣਜ ਕਰੋ ਵਣਜਾਰਿਓ, ਵੱਖਰ ਲਿਓ ਸੰਭਾਲ, ਵਣਜਾਰਾ ਵਪਾਰੀ। ਹੈ ਭਾਈ, ਤੂੰ ਵਪਾਰੀ ਬਣ ਕੇ ਆਇਆ ਸੀ ਦੁਨੀਆ ਵਿੱਚ, ਔਰ ਵਪਾਰੀ ਕਿਹੜੀ ਪੂੰਜੀ ਲੈ ਕੇ ਆਇਆ? ngਣ ਘਾਲੇ ਸਭ ਦਿਵ ਸਾਸ। ਆ ਜਿਹੜੇ ਜ਼ਿੰਦਗੀ ਦੇ ਦਿਨ ਰਾਤ ਦੇ ਸਵਾਸ ਅਸੀਂ ਲੈਂਦੇ ਹਾਂ 24 ਘੰਟਿਆਂ ਵਿੱਚ 24,000 ਅੰਦਾਜ਼ਾ ਜਾ। ਨਾਮ ਜਪਣ ਵਾਲੇ 24 ਘੰਟਿਆਂ ਵਿੱਚ 18,000 ਹੀ ਵਰਤਦੇ ਆ, ਉਹਨਾਂ ਦੇ 6,000 ਸਵਾਸ ਬਚ ਜਾਂਦੇ ਆ, ਉਹਨਾਂ ਦੀ ਉਮਰ ਕੁਝ ਮਹੀਨੇ ਅੱਗੇ ਲੰਘ ਜਾਂਦੀ ਆ। ਤੇ ਗੁਰੂ ਪਿਆਰਿਓ, ਕਾਮੀ ਮਨੁੱਖ ਹੈ ਜਿਹੜੇ ਉਹ 24 ਦੀ ਬਜਾਏ 36,000 ਵਰਤ ਜਾਂਦੇ ਆ, 30,000 ਵਰਤ ਜਾਂਦੇ ਆ, ਤੇ ਉਹਨਾਂ ਦੀ ਉਮਰ ਜਲਦੀ ਘਟ ਜਾਂਦੀ ਹੈ। ਵਿਸ਼ੇ ਵਿਕਾਰੀ ਦੀ ਮਨੁੱਖ ਖਤਮ ਹੋ ਜਾਂਦੀ ਹੈ ਜਲਦੀ। ਇਸ ਕਰਕੇ ਭਾਈ ਸਵਾਸ ਤਾਂ ਜਿੰਨੇ ਮਿਲੇ ਆ ਓਨੇ ਹੀ ਵਰਤੇ ਜਾਣਗੇ, ਪਰ ਤੂੰ ਇਹਨਾਂ ਸਵਾਸਾਂ ਦੇ ਨਾਲ ਪਰਮੇਸ਼ਰ ਦੇ ਨਾਮ ਦਾ ਵਪਾਰ ਕਰ ਲੈ। ਸਵਾਸਾਂ ਦੇ ਨਾਲ ਹੀ ਆਪਾਂ ਕਮਾਈ ਕਰਦੇ ਹਾਂ ਨਾ।
जे जिउने आ तो 8 घंटे ड्यूटी करके महीने बाद तनख्वाह लै लैने आ, तो जिस दिन सवास मुक गए उदे किसी ने तनख्वाह नहीं देनी, सानू साडे परिवार नूं किसी ने तनख्वाह नहीं देनी भी तुहाडे बंदे तनख्वाह लै जाओ। जिवें आपां माया जिहड़ी आ सवासां करके कमाउने आ, इन्हां सवासां दे नाल ही असीं परमेश्वर दा नाम जपीए ते ओह कमाई भी कर सकदे हां। कहो सतनाम श्री। तो सतगुर ने सचेत किया सानू, वंड करो वणजारियो वखर लहो संभाल, तैसी वस्त विसाही है जैसी निभ है नाल, अग्गै शाहो सुजान है लैसी वस्त संभाल। अगे शाह परमेश्वर मालिक बड़ा सियाणा है, सब जानदा है, और जब तू वापस उहदे कोल जावेगा पुछेगा दस सवासां दी पूंजी कित्थे कित्थे खर्ची। वैसे तो उहदे कोल डिटेल पई है सारी साडी, किन्ने सवास कित्थे लाए किन्ने कित्थे लाए, पर फिर भी पुछ गिछ होनी आ तेरी। ते जे तू परमेश्वर दा नाम जप लवें ते फिर तेरी पुछ गिछ नहीं होवेगी। धर्म राय ऐसे चवै कीतो भवन पनीत, इन्हां कुछ सवासां दे नाल नाम भी इकट्ठा कर लिया कर। ते नाम इकट्ठा करन दा इक्को ढंग है, वाहगुरू 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 वाहगुरू। इह राम नाम धन निर्मलो, गुरदात करे प्रभ सोए, जे तैनू गुरु दे देवे नाम दा खजाना। ये गुरु दी बख्शी दात है, और वड्डे भाग हन जो असी गुरु चरनां विच आके बैठे हैं। जितने भी बैठे हैं मैं सब नूं बेनती करदा कि वड्डे भाग है जो आपां नूं गुरु अपने कोल बुला लैंदा, नहीं तो सारा बठिंडा ही जागदा होना, बहुते नहीं आए। कहो सतनाम श्री। बडभागी सत संगत पावै, भागहीन भरम चोटा खावै, बिन भागा सतसंग न लभै, बिन संगत मैल भरीजै जियो। तो ये जी सतसंग है ना, ये साडे जीवन के मकसद वास्ते है, ये भी साडी एक पढ़ाई आ। जिवें असीं स्कूल च जांदे रहे टाइम नाल, फिर असीं पढ़ाइयां कीतियां, असीं कुछ अखरां दा ज्ञान प्राप्त किया, वो तो असीं संसारी अखरां दा ज्ञान है, ये दरगाही अखरां दा ज्ञान। सतसंग जिहड़ी है मनुखा जीवन का ज्ञान। मेरे प्रीतम जी कहते भाई रे तन धन साथ ना होए, ठीक है लोड़ है, लोड़ मुताबक जरूरी आ, पर इन्ना भी नहीं कि खचत हो जाओ। जिस तरह किश्ती आ, किश्ती पानी तो बगैर चल नहीं सकती, तुहानूं पता है किश्ती पानी विच ही चलती है, नदी भी चलो दरिया भी चलो पानी चलो। पर सोचो जे भला मलाह कहे कि मैं इन्नियां सवारियां भर लवां, इन्नियां भर लवां, इन्नियां भर लवां, ते पानी विच पै गया किश्ती दे, ते ओही किश्ती पानी विच ही डुब भी जाती है। कहो सतनाम श्री। मलाह नूं एक थां ते जाके रुकना पैंदा भी बस, होर सवारियां नहीं बहिंदियां, क्योंकि उसनूं किश्ती पानी तो 1 फुट 1.5 फुट बाहर रखनी पैंदी है। इसे तरह ही मनुखा जीवन के 24 घंटे सानू मिलते आ, ते सतगुरु कहते 10वां हिस्सा ही दे दे। 24 घंटिया चो 2.5 घंटे 2 घंटे 40 मिनट 10वां हिस्सा बनता है। सिखा तू बस ये 10वां हिस्सा खाली रख, ਇਹਦੇ ਵਿੱਚ माया का पानी ना पैण दे। ये 10वां हिस्सा गुरु के लेखे ला दिया कर। इस 10वें हिस्से के नाल तो परमेश्वर का नाम जपिया कर। हुण असीं दसौंध केवल माया नूं मान लिया, ठीक है। सतगुरां ने किसी वेले सिस्टम बनाया सीगा कि 10वां दसौंध सिख का जब आवेगा तो उसकी कमाई सफल ही होवेगी, पर सतगुर ने केवल माया का नहीं बनाया, सवासां का भी बनाया है। सवास भी 10वां हिस्सा साडे रोजाना गुरु नाल जुड़ जाने चाहिए। राम नाम धन निर्मलो, जिस दात करे प्रभ सोए। जे प्रभु कृपा करे तो सानू गुरु मिला देवे, ते असी गुरु कोलों मंग लईए बुक करके पल्ला करके, महाराज वो दात भी दे दो जी तुसीं आपदे हत्थ विच रखी हुई है। दात है दात रखी हत्थ अपने,
ਜਿਸ ਭਾਵੈ ਤਿਸ ਦੇਈ। ਜਿਹੜੇ ਉਹਨੂੰ ਚੰਗੇ ਲੱਗਦੇ ਆ ਉਹਨਾਂ ਨੂੰ ਕਹਿੰਦਾ ਆਹ ਕੰਮ ਕਰਿਆ ਕਰ ਭਾਈ, ਤੂੰ ਆਹ ਕੰਮ ਜ਼ਰੂਰੀ ਆ। ਹਰੇਕ ਨੂੰ ਨਹੀਂ ਕਹਿੰਦਾ, ਜਿਹੜੀ ਉਹਦੀ ਸ਼ਰਨ ਵਿੱਚ ਆਉਂਦੀ ਆ ਉਹਨਾਂ ਨੂੰ ਹੀ ਕਹਿੰਦਾ ਹੈ। ਪ੍ਰੀਤਮ ਜੀ ਕਹਿੰਦੇ ਰਹਾਉ ਰਾਮ ਨਾਮ ਧਨ ਨਿਰਮਲੋ। ਇਹ ਵੀ ਇੱਕ ਧਨ ਹੈ। ਜਿਵੇਂ ਵਪਾਰੀ ਕੋਈ ਵਪਾਰ ਕਰਨ ਜਾਂਦਾ ਹੈ ਤੇ ਸਭ ਤੋਂ ਸਿਆਣਾ ਵਪਾਰੀ ਉਹੀ ਹੈ ਜਿਹੜਾ ਆਪਣੀ ਮਾਇਆ ਵਿੱਚ ਵਾਧਾ ਕਰਦਾ ਹੈ। ਤੇ ਇੱਥੇ ਮਨੁੱਖ ਉਹ ਹੈ, ਬੰਦਾ ਉਹ ਹੈ, ਬੰਦਾ ਹੋਏ ਸੋ ਬੰਦਗੀ ਗਾਹੈ, ਬੰਦਕ ਹੋਏ ਬੰਦ ਸੁਧ ਲਹੈ। ਬੰਦਾ ਉਹ ਹੈ ਜਿਹੜਾ ਬੰਦਗੀ ਕਰੇ। ਬੰਦ ਕਹਿੰਦੀ ਹੈ ਸ਼ਿਕਾਰੀ ਨੂੰ। ਜਿਵੇਂ ਸ਼ਿਕਾਰੀ ਜੰਗਲ ਦੇ ਵਿੱਚ ਵੜ ਕੇ ਸ਼ਿਕਾਰ ਲੱਭ ਲੈਂਦਾ, ਐਵੇਂ ਬੰਦਾ ਉਹ ਹੈ ਜਿਹੜਾ ਆਪਣੇ ਅੰਦਰ ਦੀ ਸੁੱਧ ਲਵੇ। ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਹੇ। ਇਹ ਜੋ ਦੁਨੀਆ ਸੇਹਰ ਮੇਲਾ ਦਸਤਗੀਰੀ ਨਾ ਹੈ। ਦੁਨੀਆ ਇੱਕ ਮੇਲਾ, ਕਿਸੇ ਦੇ ਨਾਲ ਜਾਣ ਵਾਲਾ ਨਹੀਂ, ਕਿਸੇ ਦੇ ਹੱਥ 'ਚ ਫੜਿਆ ਹੋਇਆ ਨਹੀਂ। ਅਸੀਂ ਮਰਨ ਵਾਲੇ ਨੂੰ ਰੋਕ ਨਹੀਂ ਸਕਦੇ ਤੇ ਮਰਨ ਵਾਲਾ ਸਾਨੂੰ ਨਾਲ ਨਹੀਂ ਲਿਜਾ ਸਕਦਾ ਖਿੱਚ ਕੇ। ਸਭ ਦਾ ਆਪੋ ਆਪਣਾ ਹਿਸਾਬ ਕਿਤਾਬ ਹੈ। ਕਹੋ ਸਤਿਨਾਮ ਸ੍ਰੀ। ਸਾਡੇ ਕੋਲ ਕੋਈ ਤਾਕਤ ਨਹੀਂ। ਜਦ ਕਿਸੇ ਦੇ ਮਰਨ ਦਾ ਸਮਾਂ ਆ ਗਿਆ, ਸਾਡੇ ਕੋਲੇ ਬੈਠਿਆਂ ਬੈਠਿਆਂ ਬਜ਼ੁਰਗ ਸਰੀਰ ਤਿਆਗ ਜਾਂਦੇ ਹੈ, ਸਾਨੂੰ ਪਤਾ ਵੀ ਨਹੀਂ ਲੱਗਦਾ। ਔਰ ਇਕੱਲੇ ਹੀ ਜਾਂਦਾ ਹਰ ਇੱਕ, ਇਕੱਲੇ ਆਏ ਇਕੱਲਿਆਂ ਜਾਣਾ। ਇਸ ਕਰਕੇ ਪਾਤਸ਼ਾਹ ਕਹਿੰਦੇ ਭਲਿਆ ਤੇਰੇ ਨਾਲ ਕੁਝ ਤਾਂ ਜਾਵੇ ਨਾ, ਉਹ ਹੈ ਪਰਮੇਸ਼ਰ ਦਾ ਨਾਮ, ਜਿਹੜਾ ਤੂੰ ਜ਼ਿੰਦਗੀ ਵਿੱਚ ਇਕੱਠਾ ਕੀਤਾ ਹੋਵੇਗਾ, ਇਕੱਤਰ ਕੀਤਾ ਹੋਵੇਗਾ। ਰਾਮ ਨਾਮ ਧਨ ਨਿਰਮਲੋ ਜੇ ਦੇਵੈ ਦੇਵਨਹਾਰ। ਜੇ ਪਰਮੇਸ਼ਰ ਕਿਰਪਾ ਕਰੇ ਤੈਨੂੰ ਨਾਮ ਦੀ ਦਾਤ ਦੇ ਦੇਵੇ, ਜੇ ਤੂੰ ਇਹ ਲੈ ਜਾਵੇ ਨਾ ਨਾਲ, ਤੂੰ ਚੰਗਾ ਵਪਾਰੀ ਵੱਜੇਗਾ, ਚੰਗਾ ਬਣਜਾਰਾ ਵੱਜੇਗਾ। ਆਗੇ ਪੁੱਛ ਨਾ ਹੋਵਈ, ਫਿਰ ਤੈਨੂੰ ਕੋਈ ਇਹ ਨਹੀਂ ਕਹੇਗਾ ਓਏ ਕਿੱਧਰ ਚੱਲੇ ਐ। ਰੇ ਰੇ ਦਰਗਹਿ ਕਹੈ ਨਾ ਕੋ, ਆਓ ਬੈਠ ਆਦਰ ਸੁਭ ਦੇਉ। ਕਹਿੰਦੇ ਦਰਗਾਹ ਦੇ ਵਿੱਚ ਵੀ ਤੁਹਾਨੂੰ ਸਤਿਕਾਰ ਮਿਲੇਗਾ, ਤੁਹਾਨੂੰ ਕੋਈ ਇਹ ਨਹੀਂ ਕਹੇਗਾ ਓਏ ਤੂੰ ਕੌਣ ਹੈ, ਕਿੱਧਰ ਚੱਲੇ ਆ। ਰੇ ਰੇ ਸ਼ਬਦ ਹੈ ਮਾਰਵਾੜ ਦਾ। ਤੋ ਪ੍ਰੀਤਮ ਜੀ ਕਹਿੰਦੇ ਧਰਮਰਾਜ ਵੀ ਉਹਨਾਂ ਦਾ ਸਤਿਕਾਰ ਕਰਦਾ ਹੈ। ਧਰਮ ਰਾਏ ਐਸੇ ਚਵੈ ਕੀਤੋ ਭਵਨ ਪਨੀਤ। ਬੜੀ ਕਿਰਪਾ ਕੀਤੀ ਜੀ, ਸਾਡਾ ਵੀ ਘਰ ਪਵਿੱਤਰ ਕਰਤਾ ਚਰਨ ਪਾ ਕੇ। ਧਰਮਰਾਜ ਵੀ ਕਹਿੰਦਾ ਇਹਨੂੰ ਲੰਘ ਜਾਣ ਦਿਓ, ਇਹ ਨਾਨਕ ਦਾ ਹੋ ਗਿਆ, ਇਹ ਸ਼ਬਦ ਨਾਲ ਜੁੜਿਆ, ਇਹ ਪਰਮੇਸ਼ਰ ਦਾ ਸੇਵਕ ਹੈ। ਉਹਨਾਂ ਨੂੰ ਉੱਥੇ ਸਤਿਕਾਰ ਮਿਲਦਾ ਹੈ, ਉਹਨਾਂ ਦੀ ਪੁੱਛ-ਗਿੱਛ ਧਰਮਰਾਜ ਨਹੀਂ ਕਰਦਾ। ਧਰਮ ਰਾਏ ਦਰ ਕਾਗਜ਼ ਫਾੜੇ, ਲੇਖਾ ਜੋਖਾ ਹੀ ਪਾੜ ਦਿੰਦਾ ਹੈ। ਇਹਨੇ ਨਾਮ ਜਪ ਲਿਆ ਜੇ ਕਾਗਜ਼ ਪਾੜ ਦਿਓ। ਧਰਮ ਰਾਏ ਦਰ ਕਾਗਜ਼ ਫਾੜੇ ਜਾਂ ਨਾਨਕ ਲੇਖਾ ਸਮਝਾ। ਜਿਨ੍ਹਾਂ ਨੇ ਗੁਰੂ ਨਾਨਕ ਦੇ ਕੋਲੋਂ ਸਮਝ ਲੈ ਲਈ, ਜਿਹੜੇ ਗੁਰੂ ਵਾਲੇ ਬਣ ਗਏ। ਪ੍ਰੀਤਮ ਜੀ ਕਹਿੰਦੇ ਆਗੇ ਪੁੱਛ ਨਾ ਹੋਵਈ, ਜਿਸ ਬੇਲੀ ਗੁਰ ਕਰਤਾਰ, ਜਿਹਦਾ ਬੇਲੀ ਗੁਰੂ ਬਣ ਜਾਵੇ, ਜਿਹਦਾ ਬੇਲੀ ਪਰਮੇਸ਼ਰ ਬਣ ਜਾਵੇ, ਉਹ ਬਖਸ਼ੇ ਜਾਂਦੇ ਆ। ਆਪ ਛਡਾਏ ਛੁੱਟੀਐ ਆਪੇ ਬਖਸ਼ਨਹਾਰ, ਕਿਉਂਕਿ ਗੁਰੂ ਹੀ ਕਿਰਪਾ ਕਰਦਾ ਹੈ। ਜੇ ਉਹ ਛਡਾਵੇ ਤੇ ਛੁੱਟ ਸਕਦੇ ਆ। ਮੈਂ ਕਹਾਣੀ ਇੱਕ ਛੋਟੀ ਜੀ ਸਾਖੀ ਸੁਣਾਵਾਂ ਇਸ ਵਿਸ਼ੇ ਤੇ। ਧੰਨ ਗੁਰੂ ਨਾਨਕ ਦੇ ਮਹਾਰਾਜ ਉਦਾਸੀਆਂ ਦੇ ਦੌਰਾਨ ਤੁਰੇ ਜਾ ਰਹੇ ਨੇ। ਅੱਗੇ ਇੱਕ ਨਗਰ ਆਇਆ, ਉਹ ਠੱਗਾਂ ਦਾ ਨਗਰ ਸੀਗਾ। ਜਿਹੜਾ ਵੀ ਕੋਈ ਬਾਹਰਲਾ ਬੰਦਾ ਉਸ ਨਗਰ ਦੇ ਵਿੱਚ ਵੜ ਜਾਂਦਾ ਤੇ ਉਹ ਜ਼ਰੂਰ ਠੱਗ ਲੈਂਦੇ। ਜਿਹੜੇ ਵੀ ਢਹੇ ਚੜ ਗਿਆ ਉਹੀ ਠੱਗ ਲੈਂਦਾ ਤੇ ਪਿੰਡ ਵਾਲੇ ਵੰਡ ਕੇ ਖਾਂਦੇ ਉਹ ਠੱਗੀਆਂ ਦਾ ਮਾਲ। ਹੁਣ ਬਾਬੇ ਨਾਨਕ ਨੇ ਇਹਨਾਂ ਨੂੰ ਵੀ ਰਾਹੇ ਪਾਉਣਾ ਸੀ ਤੇ ਬਾਬੇ ਨਾਨਕ ਦਾ ਸੁਭਾਅ ਸੀ, ਪ੍ਰਚਾਰ ਦਾ ਢੰਗ ਅਨੋਖਾ ਸੀ। ਕਿਸੇ ਨੂੰ ਸਮਝਾਉਣ ਤੋਂ ਪਹਿਲਾਂ ਸਬੂਤ ਬਣਾਉਂਦੇ ਵੀ ਤੂੰ ਆ ਗਲਤੀ ਕਰਦਾ। ਹੁਣ ਠੱਗਾਂ ਦਾ ਸਬੂਤ ਬਣਾਉਣ ਵਾਸਤੇ ਬਾਬੇ ਨਾਨਕ ਨੇ ਕਲਾ ਵਰਤੀ। ਇੱਕ ਭਾਈ ਮਰਦਾਨੇ ਨੂੰ ਲੜਕੀ ਦਾ ਰੂਪ ਦੇਤਾ ਤੇ ਉਹਨਾਂ ਦੇ ਸਰੀਰ ਤੇ ਬਹੁਤ ਸਾਰੇ ਗਹਿਣੇ ਪਾ ਦਿੱਤੇ, ਹਾਰ ਵਗੈਰਾ ਜੋ ਬੀਬੀਆਂ ਨੇ ਪਾਏ ਹੁੰਦੇ ਆ। ਔਰ ਆਪ ਇੱਕ ਲਾੜੇ ਦਾ ਰੂਪ ਬਣ ਗਏ, ਜਿਵੇਂ ਕੋਈ ਨਵਾਂ ਹੀ ਮਕਲਾਵਾ ਲਿਆਇਆ ਹੋਵੇ। ਪਹਿਲਾਂ ਤੁਰ ਕੇ ਆਉਂਦੇ ਸੀ ਲੋਕ। ਤੇ ਭਾਈ ਬਾਲਾ ਮਗਰ ਉਹਨਾਂ ਦੇ ਮੋਢੇ ਤੇ ਗਠੜੀ ਜੀ ਹੈ, ਜਿਵੇਂ ਕੋਈ ਸਮਾਨ ਹੋਵੇ ਦਿੱਤਾ ਨਾਲ। ਚਲਦੇ ਚਲਦੇ ਉਹ ਠੱਗਾਂ ਦੇ ਪਿੰਡ ਕੋਲੇ ਪਹੁੰਚ ਗਏ। ਆਥਣੇ ਜੇ ਅੱਗੋਂ ਕੋਈ ਪਿੰਡ ਦਾ ਬੰਦਾ ਟੱਕਰਿਆ ਔਰ ਲਾੜਾ ਬਣਿਆ। ਗੁਰੂ ਨਾਨਕ ਕਹਿਣ ਲੱਗਿਆ ਭਾਈ ਸਾਹਿਬ ਰਾਤ ਕੱਟਣੀ ਸੀ, ਸਾਨੂੰ ਹਨੇਰਾ ਹੋ ਗਿਆ, ਹੁਣ
ਉਹ ਠੱਗ ਕਹਿੰਦਾ ਜੀ ਤੁਹਾਡਾ ਹੀ ਨਗਰ ਹੈ ਮਹਾਰਾਜ, ਆ ਜਾਓ ਆ ਜਾਓ, ਕੋਈ ਗੱਲ ਨਹੀਂ, ਜਿੱਥੇ ਮਰਜ਼ੀ ਰਾਤ ਕੱਟ ਲਓ। ਪਾਤਸ਼ਾਹ ਕਹਿੰਦੇ ਠੀਕ ਆ। ਜਿਹੜਾ ਵੀ ਠੱਗ ਉਹਨਾਂ ਨੂੰ ਮਿਲਿਆ ਉਹ ਆਪਣੇ ਘਰੇ ਲੈ ਗਿਆ। ਉਹ ਠੱਗ ਦਾ ਕੰਮ ਕੀ ਸੀਗਾ ਵੀ ਇਹਨਾਂ ਨੂੰ 100 ਸੂ ਜਾਣ ਦਿਓ ਤੇ ਫਿਰ ਆਪਾਂ ਲੁੱਟ ਲਵਾਂਗੇ, ਮਾਰ ਕੇ ਸਿੱਟ ਦਿਆਂਗੇ। ਪਰ ਧੰਨ ਗੁਰੂ ਨਾਨਕ ਦੇਵ ਜੀ ਨੇ ਐਸੀ ਕਲਾ ਵਰਤਾਈ ਉੱਥੇ, ਕਹਿੰਦੇ ਉਹ ਠੱਗਾਂ ਨੂੰ ਇੰਨੀ ਨੀਂਦ ਆਈ, ਤੜਕੇ ਤੱਕ ਜਾਗ ਹੀ ਨਾ ਆਈ, ਤੇ ਬਾਬਾ ਜੀ ਉੱਠ ਕੇ ਤੁਰ ਪਏ। ਜੋ ਤਿੰਨੇ ਜਣੇ ਉੱਠ ਕੇ ਤੁਰ ਗਏ ਤੇ ਉਦੋਂ ਬਾਅਦ ਇੱਕ ਠੱਗ ਇਕੱਠੇ ਹੋਏ, ਆਂਢੀ ਗੁਆਂਢੀ, ਹਾਂ ਵੀ ਲਿਆ ਲੁੱਟਦਾ ਮਾਲ। ਉਹ ਕਹਿੰਦਾ ਮੈਂ ਲੁੱਟਿਆ ਹੀ ਨਹੀਂ ਯਾਰ, ਰਾਤ ਪਤਾ ਨਹੀਂ ਕੀ ਹੋ ਗਿਆ, ਸਾਨੂੰ ਨੀਂਦ ਹੀ ਐਸੀ ਆਈ। ਉਹ ਕਹਿੰਦੇ ਜਾਣ ਕੇ ਝੂਠ ਬੋਲਦਾ, ਮਾਲ ਜ਼ਿਆਦੇ ਸੀਗਾ ਤੇ ਤੂੰ ਇਕੱਲਾ ਹੀ ਨੱਪਣਾ ਚਾਹੁੰਦਾ। ਕਹਿੰਦੇ ਨਹੀਂ ਸੱਚੀ ਗੱਲ ਹੈ। ਕਹਿੰਦੀ ਉਹ ਚਲੇ ਗਏ, ਅਸੀਂ ਸੁੱਤੇ ਰਹਿ ਗਏ। ਕਹਿੰਦੇ ਚਲੇ ਕਿੱਧਰ ਗਏ ਹੋ? ਤੁਰ ਕੇ ਕਿੰਨੇ ਕੁ ਦੂਰ ਗਏ ਹੋਣਗੇ? ਉਹਨਾਂ ਨੇ ਸਾਰੇ ਪਾਸੇ 4-4 ਬੰਦੇ ਭਜਾਏ, ਸਾਰੇ ਜਿੰਨੇ ਰਾਹ ਪਿੰਡ ਚੋਂ ਬਾਹਰ ਨੂੰ ਨਿਕਲਦੇ ਸੀ ਉਹਨਾਂ ਰਸਤਿਆਂ ਦੇ ਬੰਦੇ ਭਜਾਏ, ਤੇ ਇੱਕ ਸਾਈਡ ਤੇ ਉਹਨਾਂ ਨੂੰ ਜਾਂਦੇ ਦਿਸੇ ਤਿੰਨੇ ਜਣੇ, ਤੇ ਉਹਨਾਂ ਨੇ ਆਵਾਜ਼ ਲਲਕਰਾ ਮਾਰਿਆ, ਕਹਿੰਦਾ ਖੜ ਜਾਓ ਖੜ ਜਾਓ, ਕਿਉਂਕਿ ਬਾਬਾ ਜੀ ਦੂਰ ਨਹੀਂ ਸੀਗੇ, ਇਹਨਾਂ ਨੂੰ ਸਮਝਾ ਕੇ ਜਾਣਾ ਸੀ ਨਾ, ਪਰ ਪਿੰਡੋਂ ਬਾਹਰ ਨਿਕਲ ਗਏ ਸੀ। ਕਹਿੰਦੇ ਖੜ ਜਾਓ, ਤੁਸੀਂ ਸਾਡੀ ਚੋਰੀ ਕਰਕੇ ਆ ਗਏ ਹੋ, ਦੱਸ ਕੇ ਨਹੀਂ ਆਏ। ਪਾਤਸ਼ਾਹ ਖੜ ਕੇ, ਨਾ ਬਈ ਤੇ ਚੋਰੀ ਨਹੀਂ ਕੀਤੀ ਤੁਹਾਡੀ। ਕਹਿੰਦੇ ਦੱਸ ਕੇ ਨਹੀਂ ਆਏ ਤੁਸੀਂ, ਸਾਨੂੰ ਬਿਨਾਂ ਦੱਸੇ ਆ ਗਏ, ਆ ਜਿੰਨਾ ਸਮਾਨ ਪਾਇਆ ਕੁੜੀ ਦੇ ਲਾ ਦਿਓ। ਬਾਬਾ ਕਹਿੰਦੇ ਆਏ ਤਾਂ ਨਹੀਂ ਲਾਉਂਦੇ। ਫਿਰ ਕਹਿੰਦੇ ਅਸੀਂ ਮਾਰ ਕੇ ਲਾ ਲਾਂਗੇ, ਤੁਹਾਨੂੰ ਮਾਰ ਦਿਆਂਗੇ। ਪਾਤਸ਼ਾਹ ਕਹਿੰਦੇ ਮਾਰ ਦਿਓ ਭਾਈ, ਪਰ ਇੱਕ ਸਾਡੀ ਬੇਨਤੀ ਹੈ ਕਿ ਮਰਨ ਤੋਂ ਬਾਅਦ ਸਾਡਾ ਸੰਸਕਾਰ ਜ਼ਰੂਰ ਕਰ ਦਿਓ, ਇੱਥੇ ਰੁਲਦੀਆਂ ਨਾ ਰਹਿਣ ਸਾਡੇ ਸਰੀਰ ਦੇਹਾਂ। ਉਹ ਚਾਰੇ ਬੰਦੇ ਹੈਰਾਨ ਹੋਏ ਵੀ ਯਾਰ ਇਹ ਕੈਸੇ ਬੰਦੇ ਆ, ਅਸੀਂ ਮਾਰਨ ਨੂੰ ਫਿਰਦੇ ਹਾਂ, ਕਹਿੰਦੇ ਸੰਸਕਾਰ ਵੀ ਕਰ ਦਿਓ। ਉਹ ਸਲਾਹ ਕਰਨ ਲੱਗੇ, ਉਹ ਕਹਿੰਦੇ ਬਾਬਾ ਤੂੰ ਆ ਸਮਾਨ ਲਾ ਕੇ ਫੜਾ ਤੇ ਜਾ। ਕਹਿੰਦੇ ਨਾ ਐਂ ਤਾਂ ਹੀ ਦਿੰਦੇ ਨਹੀਂਗੇ, ਮਾਰ ਕੇ ਲਾ ਲਿਓ, ਪਰ ਸੰਸਕਾਰ ਕਰ ਦਿਓ। ਕਹਿੰਦੇ ਸੰਸਕਾਰ ਨੂੰ ਇੱਥੇ ਅੱਗ ਪਈ ਆ। ਜਦੋਂ ਉਹਨੇ ਇੰਨੀ ਗੱਲ ਕਹੀ ਤੇ ਪਾਤਸ਼ਾਹ ਨੇ ਏਦਾਂ ਉਂਗਲ ਕੀਤੀ, ਕਹਿੰਦੇ ਉਹ ਧੂੰਆਂ ਨਿਕਲੀ ਜਾਂਦਾ, ਉੱਥੇ ਚਿਖ ਹੈ ਕੋਈ ਸ਼ਾਇਦ, ਉੱਥੋਂ ਲਿਆਓ ਅੱਗ, ਪਹਿਲਾਂ ਅੱਗ ਲਿਆਓ ਤੇ ਲੱਕੜਾਂ ਇਕੱਠੀਆਂ ਕਰ ਲਓ। ਉਹ ਚਾਰੇ ਜਣੇ ਫਿਰ ਸਲਾਹ ਕਰਦੇ ਯਾਰ ਕਰ ਲਓ ਜਿਵੇਂ ਕਹਿੰਦੇ ਆ। 2 ਜਣੇ ਉਹਨਾਂ ਦੇ ਕੋਲ ਖੜੇ ਰਹੇ ਤੇ 2 ਜਣੇ ਉਸ ਵੱਲ ਚਲੇ ਗਏ ਜਿੱਥੇ ਧੂੰਆਂ ਨਿਕਲਦਾ ਸੀਗਾ, ਸੀ ਕੋਈ ਚਿਖਾ ਹੀ ਮੱਚਦੀ। ਪਰ ਇਹਨਾਂ ਨੇ ਜਾਂਦੇ ਜਾਂਦੇ ਕੀ ਦੇਖਿਆ, ਉਹ ਚਿਖਾ ਦੇ ਕੋਲੇ ਇੱਕ ਮਨੁੱਖ ਨੂੰ ਬਹੁਤ ਸਾਰੇ ਜਮਦੂਤ ਵਰਗੇ ਬੰਦੇ, ਧਰਮਰਾਜ ਦੇ ਜਮਦੂਤ ਕੁੱਟ ਰਹੇ ਨੇ। ਇਹ ਡਰਦੇ ਡਰਦੇ ਪਾਸੇ ਦੀ ਟੱਪੇ ਵੀ ਕਿਤੇ ਆਪਾਂ ਉਹਨੂੰ ਫੜ ਲੈਣ, ਪਤਾ ਨਹੀਂ ਕੀ ਗੱਲ ਹੈ। ਜਦੋਂ ਅੱਗ ਚੱਕ ਕੇ ਮੁੜੇ ਤੇ ਹੁਣ ਕੀ ਦੇਖਦੇ ਹੈ ਕਿ ਉਸੇ ਬੰਦੇ ਨੂੰ ਜਿਹਨੂੰ ਬੜੇ ਭਿਆਨਕ ਲੋਕ ਕੁੱਟ ਰਹੇ ਸੀਗੇ, ਬੜੇ ਦੇਵ ਲੋਕ ਦੇ ਦੇਵਤਿਆਂ ਵਾਂਗੂ ਸੁੰਦਰ ਲੋਕ ਉਹਦੀਆਂ ਮਿੰਨਤਾਂ ਕਰੀ ਜਾਂਦੇ ਆ, ਭਾਈ ਸਾਹਿਬ ਗਲਤੀ ਹੋ ਗਈ, ਅਸੀਂ ਲੇਟ ਹੋ ਗਏ, ਤੁਸੀਂ ਬਵਾਨ 'ਚ ਬੈਠੋ, ਅਸੀਂ ਤੁਹਾਨੂੰ ਆਪਣੇ ਦੇਸ਼ ਲੈ ਕੇ ਜਾਣਾ, ਸਵਰਗਾਂ 'ਚ ਸੱਚਖੰਡ 'ਚ। ਇਹਨਾਂ ਤੋਂ ਰਿਹਾ ਨਾ ਗਿਆ, ਖੜ ਕੇ ਪੁੱਛ ਹੀ ਲਿਆ, ਭਾਈ ਸਾਹਿਬ ਹੁਣ ਤਾਂ ਇਹਨੂੰ ਕੁੱਟੀ ਜਾਂਦੇ ਸੀਗੇ ਤੇ ਹੁਣ ਤੁਸੀਂ ਇਹਦੀਆਂ ਮਿੰਨਤਾਂ ਕਰੀ ਜਾਂਦੇ ਹੋ ਸੱਚਖੰਡ 'ਚ ਲਿਜਾਣ ਵਾਸਤੇ, ਗੱਲ ਕੀ ਹੋ ਗਈ? ਉਹ ਕਹਿੰਦੇ ਯਾਰ ਇਹਦੇ ਵੱਲ ਗੁਰੂ ਨਾਨਕ ਦੀ ਉਂਗਲ ਹੋ ਗਈ, ਕੋ ਸਤਨਾਮ ਸੀ। ਇਹਨੂੰ ਪਹਿਲਾਂ ਜਮਦੂਤ ਲੈਣ ਵਾਸਤੇ ਆਏ ਸੀ, ਇਹਨੇ ਬਹੁਤ ਪਾਪ ਕੀਤੇ ਸੀਗੇ, ਇਹ ਨਰਕਾਂ ਵਿੱਚ ਸਿੱਟਣਾ ਸੀਗਾ, ਪਰ ਇਹਦੇ ਵੱਲ ਗੁਰੂ ਨਾਨਕ ਦਾ ਇਸ਼ਾਰਾ ਹੋ ਗਿਆ, ਇਸ ਕਰਕੇ ਹੁਣ ਇਹਨੂੰ ਮਾਫ ਕਰਨਾ ਪਿਆ। ਧਰਮਰਾਜ ਵੱਲੋਂ ਜਮਦੂਤ ਵਾਪਸ ਸੱਦ ਲਏ ਤੇ ਸਾਨੂੰ ਭੇਜਤਾ। ਕਹਿੰਦੇ ਗੁਰੂ ਨਾਨਕ ਦਾ ਇਸ਼ਾਰਾ ਕਿਵੇਂ ਹੋ ਗਿਆ? ਕਹਿੰਦਾ ਉਹ ਜਿਹੜੇ 3-4 ਬੰਦੇ ਖੜੇ ਆ ਉਹਨਾਂ ਵਿੱਚ ਇੱਕ ਨਾਨਕ ਹੈ, ਉਹ ਨਾਨਕ ਨੇ ਉਂਗਲ ਕੀਤੀ ਸੀ ਇੱਧਰ ਨੂੰ ਤੇ ਉਦੋਂ ਛੱਡਣਾ ਪਿਆ ਇਸ ਨੂੰ। ਆਪ ਛਡਾਏ ਛੁੱਟੀ ਹੈ ਆਪੇ ਬਖਸ਼ਣਹਾਰ। ਉਹ ਕਹਿੰਦੇ ਵੀ ਐ ਕਿਵੇਂ? ਕਹਿੰਦੀ ਉਹ ਪਰਮੇਸ਼ਰ ਹੈ। ਤੇ ਠੱਗ ਉੱਥੇ ਹੀ ਅੱਗ ਸਿੱਟ ਕੇ ਭੱਜੇ। ਕਹਿੰਦੇ ਯਾਰ ਅਸੀਂ ਤਾਂ ਉਹਨੂੰ ਮਾਰਨ ਨੂੰ ਫਿਰਦੇ ਸੀ। ਕਹਿੰਦੇ ਤੁਸੀਂ ਮਾਰ ਨਹੀਂ ਸਕਦੇ। ਤਾਂ ਉੱਥੋਂ ਆ ਕੇ ਫਿਰ ਪੈਰੀ ਪੈ ਗਏ, ਮਾਫੀ ਮੰਗਣ ਲੱਗੇ ਜਿਹਨੇ ਉਂਗਲ ਕੀਤੀ ਸੀ ਬਾਬੇ ਨਾਨਕ ਜੀ ਦੇ, ਤੇ ਪੈਰੀ ਪੈ ਕੇ ਮਾਫੀਆਂ ਮੰਗਦੇ ਆ। ਦੂਜੇ ਕਹਿੰਦੇ ਵੀ ਕੀ ਗੱਲ ਹੋ ਗਈ ਯਾਰ? ਕਹਿੰਦੇ ਯਾਰ ਇਹ ਤਾਂ ਬਖਸ਼ਣ ਵਾਲਾ ਰੱਬ ਹੈ, ਆਪਾਂ ਤਾਂ ਇਹਨੂੰ ਮਾਰਨ ਲੱਗੇ ਸੀ, ਤਾਂ ਗਲਤੀ ਹੋ ਗਈ ਆਪਾਂ ਤੋਂ। ਇਹ ਤਾਂ ਇਸ਼ਾਰਾ ਕਰਿਆ, ਉਹ ਇੱਕ ਪਾਪੀ ਨੂੰ ਬਖਸ਼ਿਆ ਗਿਆ, ਮਾਫ ਕਰ ਦਿੱਤਾ ਹੈ। ਸਾਰੀ ਕਹਾਣੀ ਸੁਣੀ ਦੱਸੀ ਜਦੋਂ ਉਹਨਾਂ ਨੇ, ਉਹ ਚਾਰੇ ਪੈਰੀ ਪੈ ਗਏ ਤੇ ਬਾਬਾ ਨਾਨਕ ਤਾਂ ਇਹੀ ਚਾਹੁੰਦਾ ਸੀ ਕਿ ਸਿੱਧੇ ਰਸਤੇ ਪੈਣ। ਫਿਰ ਉਹ ਚਾਰੇ ਜਣੇ ਇਹਨਾਂ ਨੂੰ ਮੋੜ ਕੇ ਪਿੰਡ ਵਿੱਚ ਲੈ ਗਏ, ਸਾਰੀ ਗੱਲ ਪਿੰਡ ਵਿੱਚ ਜਾ ਕੇ ਸੁਣਾਈ।
ਤੇ ਪਾਤਸ਼ਾਹ ਜੀ ਨੇ ਖਲਾ ਵਰਤਾਈ, ਮਰਦਾਨੇ ਨੂੰ ਬਦਲ ਦਿੱਤਾ। ਜੋ ਲੜਕੀ ਦਾ ਰੂਪ ਜਾਣ ਬੁੱਝ ਕੇ ਦਿੱਤਾ ਸੀ ਉਹ ਖਤਮ ਕਰਤਾ ਤੇ ਸਹੀ ਸਲਾਮਤ ਮਰਦਾਨਾ ਬਣ ਗਿਆ। ਕਹਿੰਦੇ ਇਹ ਕੀ ਤੁਸੀਂ ਠੱਗੀ ਮਾਰੀ? ਕਹਿੰਦੇ ਅਸੀਂ ਠੱਗੀ ਨਹੀਂ ਮਾਰੀ, ਠੱਗਾਂ ਨੂੰ ਠੱਗੀ ਮਾਰ ਕੇ ਸਮਝਾਇਆ ਜਾਂਦਾ, ਤੁਸੀਂ ਵੀ ਠੱਗੀ ਮਾਰਦੇ ਹੋ। ਅਸੀਂ ਜਾਣ ਕੇ ਜੁਗਤ ਵਰਤੀ ਸੀ ਤੁਹਾਨੂੰ ਰਸਤੇ ਪਾਉਣ ਵਾਸਤੇ, ਤੁਸੀਂ ਲੋਕਾਂ ਨੂੰ ਲੁੱਟਦੇ ਹੋ, ਠੱਗਦੇ ਹੋ, ਠੱਗੀਆਂ ਮਾਰਦੇ ਹੋ, ਲੋਕਾਂ ਨੂੰ ਮਾਰ ਦਿੰਦੇ ਹੋ। ਇਹ ਪਾਪ ਕਿੱਥੇ ਦਿਓਗੇ? ਜਮਾਂ ਦੇ ਵਸ ਪੈ ਗਏ ਤੇ ਬੜੀਆਂ ਕੁੱਟਾਂ ਪੈਣਗੀਆਂ। ਫਿਰ ਪਿੰਡ ਵਾਲਿਆਂ ਨੇ ਕਹਿੰਦੇ ਬਾਬੇ ਨਾਨਕ ਤੋਂ ਮਾਫੀ ਮੰਗੀ। ਕਹਿੰਦੇ ਜਿਵੇਂ ਤੂੰ ਉਸ ਮਰੇ ਹੋਏ ਆਦਮੀ ਦੀ ਰੂਹ ਨੂੰ ਮੁਕਤ ਕਰਾਇਆ, ਸਾਨੂੰ ਵੀ ਮੁਕਤ ਕਰਤੇ। ਉੱਥੇ ਪਾਤਸ਼ਾਹ ਉਹਨਾਂ ਨੂੰ ਠੱਗੀਆਂ ਤੋਂ ਬਚ ਕੇ ਦਸਾਂ ਨੌਹਾਂ ਦੀ ਕਿਰਤ ਕਰਨ ਦਾ ਗਿਆਨ ਦੇ ਕੇ ਗਏ। ਫਿਰ ਸਤਿਗੁਰ ਪਾਤਸ਼ਾਹ ਕਹਿੰਦੇ ਜਿਨ੍ਹਾਂ ਦਾ ਬੇਲੀ ਗੁਰੂ ਬਣ ਜੇ, ਕਰਤਾਰ ਬਣ ਜੇ, ਉਹਨਾਂ ਨੂੰ ਪੁੱਛ ਗਿੱਛ ਨਹੀਂ ਹੁੰਦੀ। ਅੱਗੇ ਪੁੱਛ ਨਾ ਹੋਵੇ ਜਿਸ ਬੇਲੀ ਗੁਰ ਕਰਤਾਰ, ਆਪ ਛਡਾਏ ਛੁੱਟੀਐ ਆਪੇ ਬਖਸ਼ਣਹਾਰ। ਉਹ ਬਖਸ਼ ਲੈਂਦਾ ਤੇ ਮਾਫ ਕਰਵਾ ਦਿੰਦਾ। ਉੱਥੇ ਉਹਦੀ ਚੱਲਦੀ ਆ, ਗੁਰੂ ਦੀ ਇੱਥੇ ਵੀ ਚੱਲਦੀ ਆ ਤੇ ਉੱਥੇ ਵੀ ਚੱਲਦੀ ਆ। ਦੇਖੋ ਨਾ ਭਾਈ ਮਹਾ ਸਿੰਘ ਹੋਰੀ ਮਾਝੇ ਵਾਲੇ ਬੇਦਾਵਾ ਲਿਖ ਕੇ ਦੇ ਗਏ ਸੀਗੇ, ਤੇ ਜਦੋਂ ਉਹਨਾਂ ਦੇ ਸਰੀਰ ਛੁੱਟ ਗਏ ਜੰਗ ਦੇ ਮੈਦਾਨ 'ਚ ਤੇ ਉਹਨਾਂ ਨੂੰ ਕਹਿੰਦੇ ਸੱਚਖੰਡ 'ਚ ਐਂਟਰੀ ਨਹੀਂ ਹੋ ਰਹੀ, ਹੁਕਮ ਆ ਰਿਹਾ ਤੁਸੀਂ ਗੁਰੂ ਤੋਂ ਬੇਮੁਖ ਹੋ ਕੇ ਆਏ ਹੋ, ਪਹਿਲਾਂ ਦੁਨੀਆ ਵਿੱਚ ਜਾ ਕੇ ਗੁਰੂ ਵਾਲੇ ਬਣੋ ਫਿਰ ਅੰਦਰ ਵੜ ਸਕਦੇ ਹੋ। ਪਰ ਥੱਲੇ ਭਾਈ ਮਹਾ ਸਿੰਘ ਸਹਿਕਦਾ ਪਿਆ ਸੀ, ਜਿਸ ਨੂੰ ਗੁਰੂ ਗੋਬਿੰਦ ਸਿੰਘ ਜੀ ਮਿਲ ਗਏ ਤੇ ਉਸ ਨੇ ਬੇਨਤੀ ਕੀਤੀ ਪਾਤਸ਼ਾਹ ਬੇਦਾਵੇ ਵਾਲਾ ਕਾਗਜ਼ ਪਾੜ ਕੇ ਸਾਨੂੰ ਦੁਬਾਰੇ ਚਰਨੀ ਲਾਓ। ਜੇ ਕੋ ਗੁਰ ਤੇ ਬੇਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ, ਪਾਵੇ ਮੁਕਤ ਨਾ ਹੋਰ ਥੈ ਕੋਈ ਪੁੱਛੋ ਬਵੇਕੀਆਂ ਜਾਏ। ਅਨੇਕ ਜੂਨੀ ਭਰਮੇ ਆਵੇ ਬਿਨ ਸਤਿਗੁਰ ਮੁਕਤ ਨਾ ਪਾਏ, ਫਿਰ ਮੁਕਤ ਪਾਏ ਲਾਗ ਚਰਨੀ ਸਤਿਗੁਰ ਸ਼ਬਦ ਸੁਣਾਏ। ਭਾਈ ਮਹਾ ਸਿੰਘ ਨੇ ਬੇਨਤੀਆਂ ਕਰ ਕਰਕੇ ਉਹ ਬਿਦਾਵਾ ਪੜਵਾਇਆ, ਸਤਿਗੁਰ ਨੇ ਪਾੜ ਦਿੱਤਾ ਤੇ ਉਹਨਾਂ ਨੂੰ ਚਰਨੀ ਲਾਇਆ। ਆਪ ਚੜਾਏ ਛੁੱਟੀਐ ਆਪੇ ਬਖਸ਼ਣਹਾਰ, ਉਹਨਾਂ ਨੂੰ ਮਾਫ ਕਰ ਦਿੱਤਾ ਔਰ ਫਿਰ ਉਹਨਾਂ ਨੂੰ ਮੁਕਤ ਹੋਏ ਤਾਂ ਉਹਨਾਂ ਨੇ ਉਸ ਅਸਥਾਨ ਨੂੰ ਵੀ ਮੁਕਤਸਰ ਸਾਹਿਬ ਦਾ ਨਾਮ ਦਿੱਤਾ ਗਿਆ। ਖੈਰ ਅੱਗੇ ਪਾਤਸ਼ਾਹ ਸੰਸਾਰ ਦੀ ਗੱਲ ਕਰਦੇ ਨੇ, ਮਨ ਮੁਖ ਜਾਣੈ ਆਪਣੇ ਧੀਆਂ ਪੂਤ ਸੰਜੋਗ। ਧੀਆਂ ਪੁੱਤਰ ਜਿਹੜੇ ਨੇ ਸੰਜੋਗ ਵਿਜੋਗ ਤੋਂ ਕਾਰ ਚਲਾਵੇ। ਮਾਂ ਪਿਓ ਦੇ ਘਰੇ ਕਿਹੜਾ ਬੱਚਾ ਬੱਚੀ ਪੈਦਾ ਹੋਣਾ, ਇਹ ਸੰਜੋਗ ਹੈ ਉਹਨਾਂ ਦੇ, ਇਹ ਰੂਹਾਂ ਦੇ ਸੰਜੋਗ ਹੈ। ਜਿਹੋ ਜਿਹਾ ਮਾਂ ਪਿਓ ਹੁੰਦਾ ਉਹੋ ਜਿਹੇ ਬੱਚੇ ਪੈਦਾ ਹੁੰਦੇ ਆ। ਜਿਹੋ ਜਿਹੇ ਬੱਚੇ ਦੀ ਰੂਹ ਹੁੰਦੀ ਆ ਉਹਨੂੰ ਉਹੋ ਜਿਹਾ, ਜਿੰਨਾ ਚਿਰ ਮਾਂ ਪਿਓ ਨਹੀਂ ਮਿਲਦਾ ਉਹਦਾ ਜਨਮ ਨਹੀਂ ਹੁੰਦਾ। ਜਿਵੇਂ ਧੰਨ ਗੁਰੂ ਗੋਬਿੰਦ ਸਿੰਘ ਜੀ ਦੀ ਕਿੰਨੀ ਤਪੱਸਿਆ, 3.5 ਯੁੱਗ, ਤੇ ਉਹਨਾਂ ਨੂੰ ਮਾਂ ਵੀ ਕਿਹੋ ਜਿਹੀ ਚਾਹੀਦੀ ਆ, ਪਿਓ ਵੀ ਕਿਹੋ ਜਿਹਾ ਚਾਹੀਦਾ, ਤਪੱਸਿਆ ਵਾਲਾ ਕੋਈ ਸਤਿਨਾਮ ਸੀ। ਔਰ ਜਦੋਂ ਉਹਨਾਂ ਨੂੰ ਮਾਤਾ ਗੁਜਰੀ ਪਿਤਾ ਗੁਰੂ ਤੇਗ ਬਹਾਦਰ ਮਹਾਰਾਜ ਜੀ ਮਿਲੇ ਤਾਂ ਉਹਨਾਂ ਦਾ ਆਗਮਨ ਹੋਇਆ ਦੁਨੀਆ ਦੇ ਵਿੱਚ। ਇਸ ਕਰਕੇ ਪਰ ਇਹ ਮਨੁੱਖ ਸੋਚਦਾ ਕਿ ਹਾਏ ਮੇਰੇ ਧੀਆਂ ਮੇਰੇ ਪੁੱਤਰ, ਮਨਮੁਖ ਜਾਣੇ ਆਪਣੇ। ਇਹ ਮਨਮੁਖ ਬੰਦਾ ਮਨ ਦੇ ਮਗਰ ਲਾ ਕੇ ਧੀਆਂ ਪੁੱਤਰਾਂ ਨੂੰ ਕਹਿੰਦਾ ਹਾਏ ਮੇਰੇ ਆ, ਮੇਰੀ ਘਰ ਮੇਰੀ ਸੰਪਤੀ ਮੇਰਾ ਸਭ ਕੁਝ। ਮਨਮੁਖ ਜਾਣੇ ਆਪਣੇ ਧੀਆਂ ਪੂਤ ਸੰਜੋਗ। ਕਹਿੰਦੇ ਇਹਦਾ ਸੰਜੋਗ ਸੀਗਾ ਤੁਹਾਡਾ ਇਕੱਠੇ ਹੋਣਾ, ਤੇ ਜਿੱਦੇ ਵਿਜੋਗ ਆਇਆ ਉਹਦੇ ਵਿਛੜ ਵੀ ਜਾਓਗੇ। ਸੰਜੋਗ ਵਿਜੋਗ ਤੋਂ ਕਾਰ ਚਲਾਵੇ ਲੇਖੇ ਆਵੇ ਭਾਗ। ਮਨਮੁਖ ਜਾਣੇ ਆਪਣੇ ਧੀਆਂ ਪੂਤ ਸੰਜੋਗ। ਨਾਰੀ ਦੇਖ ਵਿਗਾਸੀ ਹੈ, ਘਰ ਵਾਲੀ ਨੂੰ ਵੇਖ ਕੇ ਬੜਾ ਖੁਸ਼ ਹੁੰਦਾ ਮੇਰੀ ਘਰ ਵਾਲੀ। ਨਾਲੇ ਹਰ ਕਿਸਮ ਸੋਗ, ਕਦੇ ਦੁਖੀ ਕਦੇ ਸੁਖੀ ਬੰਦਾ ਤਾਂਹੀਓ ਹੁੰਦਾ ਜੇ ਅਟੈਚਮੈਂਟ ਹੈ। ਕੋ ਸਤਨਾਮ ਸੀ। ਆ ਦੁਨੀਆ ਵਿੱਚ ਕਿੰਨੇ ਦੁਖੀ ਆ ਲੋਕ, ਪਰ ਜਿਹੜੇ ਉਹ ਸੋਡੇ ਨਹੀਂ ਹੈ ਉਹਨਾਂ ਕਰਕੇ ਕੋਈ ਦੁੱਖ ਨਹੀਂ ਪੈਦਾ ਹੁੰਦਾ। ਕੋਈ ਸਤਨਾਮ ਜਿਨ੍ਹਾਂ ਨਾਲ ਅਟੈਚਮੈਂਟ ਹੈ, ਆ ਮੇਰਾ ਪੁੱਤਰ ਹੈ ਮੇਰੀ ਧੀ ਹੈ, ਉਹਨਾਂ ਕਰਕੇ ਅਸੀਂ ਦੁਖੀ ਹੁੰਦੇ ਆ। ਮਤਲਬ ਦੁਖੀ ਤਾਂ ਅਟੈਚਮੈਂਟ ਕਰਕੇ ਹੀ ਹੋ ਰਿਹਾ ਬੰਦਾ, ਅਗਿਆਨਤਾ ਕਰਕੇ ਕਿ ਇਹ ਮੇਰੇ ਹੈ ਪਰ ਇੱਥੇ ਕੋਈ ਕਿਸੇ ਦਾ ਨਹੀਂ। ਪੰਛੀ ਸੁਖੀ ਹੈ, ਬੱਚੇ ਜਨਮ ਦਿੱਤਾ, ਬੱਚਿਆਂ ਨੂੰ ਆਂਡਿਆਂ ਚੋਂ ਨਿਕਲੇ, ਜਦੋਂ ਬੱਚਾ ਉੱਡਣ ਲੱਗਿਆ ਚੱਲ ਉੱਡ ਗਿਆ। ਪੰਛੀਆਂ ਨੂੰ ਕੋਈ ਦੁੱਖ ਨਹੀਂ ਹੈ ਕਿੱਧਰ ਗਿਆ, ਕੋ ਸਤਨਾਮ ਸੀ। ਪਰ ਸਾਨੂੰ ਬੜਾ ਦੁੱਖ ਲੱਗਦਾ ਹੈ, ਕਦੇ ਹਰਖ ਸੋ ਸੋਗ, ਕਦੇ ਦੁਖੀ ਕਦੇ ਸੁਖੀ ਬੰਦਾ ਕਿਉਂ ਹੁੰਦਾ ਹੈ?
क्योंकि इन्हां दे उत्ते जफा मारदा ये मेरे आ, मेरी स्त्री, मेरा घर, मेरी कोठी, मेरा महल, धीआं पुत्तर मेरे समझ के ये दुखी हुंदा है। गुरमुख शब्द रंगावले, पर गुरमुख जिहड़े हन उन्हां नूं परमेश्वर दी दात समझदे है। गुरु प्यारिओ, संसार दे विच बहुत सारे लोकां दीयां कुर्बानियां होईयां, बलियां होईयां। चलो पर दशरथ दे पुत्तर रामचंद्र दी गल कर लईए। रामचंद्र जिहड़ा है दशरथ दा पुत्तर है, ओदियां 3 राणियां है। एक राणी भट्ट दी मांग कही ते ओ कहन लगी मेरे पुत्तर नूं राज दिओ ते रामचंद्र नूं देश निकाला दिओ। हुण कई छोटी राणी है, ਉਹਦੇ ਮੋਹ ਵਿੱਚ ਫਸਿਆ ਹੋਇਆ दशरथ ਪਹਿਲਾਂ बचन भी कर ਚੱਕਿਆ ਸੀਗਾ, इस करके ਉਹਨੂੰ बचन ਮੰਨਣਾ ਪਿਆ ਉਹਦਾ। ਤੇ ਰਾਮਚੰਦਰ ਨੂੰ ਨਿਕਾਲੇ ਦਾ ਦੇਤਾ ਹੁਕਮ 14 ਸਾਲ ਲਈ ਵਨਵਾਸ, ਤੇ ਭਰਤ ਨੂੰ ਗੱਦੀ ਦੇਣੀ ਕੀਤੀ। ਤੇ ਗੁਰੂ ਪਿਆਰਿਓ, ਜਦੋਂ ਰਾਮਚੰਦਰ ਤੇ ਲక్ష్మణ ਇਹਦੀਆਂ ਅੱਖਾਂ ਤੋਂ ਓਲੇ ਹੋਏ ਕੋਠੇ ਤੇ ਚੜ੍ਹ ਕੇ ਦੇਖਦਾ ਰਿਹਾ ਜਾਂਦਿਆਂ ਨੂੰ, ਜਦੋਂ ही दिसनों हटे तो छाल मार के मर गया क्योंकि दुखी हो गया। पर इधर मेरे प्रीतम धन गुरु गोबिंद सिंह जी महाराज चमकौर की गढ़ी ते खड़ के जंग देख रहे न। सिंह जिहड़े हन गुरु प्यारो जथा बना के 5-7 दा जांदे है ते हज़ारां ही मुसलमानां नूं वढ के शहीदियां पा जांदे है। साहिबजादा अजीत सिंह कहंदे मैं भी चलिया। बादशाह ने बड़ी खुशी नाल भेजिया, और पता है उत्थे जंग दे विच शहीदी होनी है, लखां की गिनती च फौज है, अखीर तां शरीर ने त्यागना ही है। पर साहिबजादा बाबा अजीत सिंह नूं भेजिया जथा बना के, इन्हां दा भी भेजिया। जद बहुत सारे मुगलों का तुर्कों का खात्मा करदे साहिबजादा अजीत सिंह शहीदी पा गए। ते पातशाह कहन लगे हे परमेश्वर, ये तेरी दात सीगी, तेरे कोल आ गई है, प्रवान करियो। जुझार सिंह छोटा बेटा कहन लगे महाराज मैं तो कदे भाई साहब तो पासे नहीं सी रहा, मैनू तो आप आ गया जो मैं भी जंग करनी है। कहने चंगा कीता पुत्र, तू आपे कहा, जे मैं कहंदा तां होर गल सी, जा फिर तू भी जा। ते जुझार सिंह भी उन्हां दी अखां सामने शहीद हो गया है। ते सतगुरु उस भाणे नूं मनदे होए परमेश्वर दा शुक्रिया करी जांदे है। ये गुरमुखां ते मनमुखां दा फर्क है। गौ सतनाम सी मनमुख दुखी हुंदा है अटैचमेंट करके, गुरमुख अटैचमेंट किसे नाल नहीं हुंदे, वो केवल शब्द नाल जुड़दे आ। प्रीतम जी कहंदे मनमुख जाने अपने धीआं पूत संजोग, नारी देख विगासी है नाले हरख सो सो, कदे दुखी कदे सुखी। गुरमुख शब्द रंगावले, गुरु दे प्यारे शब्द नाल रंगे हुंदे ने, वो अपनी सुरत नूं शब्द नाल जोड़ के रखदे आ। एह निसहार रस भोग, दिन रात हरि दे नाम दा रस पींदे आ। भोगना हुंदा, भोगना भाव खाना पीना, हरि दे नाम दे रस नूं पीना करदे हन। वो कदे भी डोलदे नहीं। चित चलै वित जावनो, साकत डोल डुडाए। जिहड़ा मनमुखा डोलदा है वित जावनो, जदों हथों माया निकल जाती है, माया के रूप च बच्चे भी आ, माया के रूप च स्त्री भी आ, माया के रूप च पैसा कोठी बहुत कुछ आ, सब कुछ माया के रूप च, इहनूं माया कहंदे आ। तो मेरे प्रीतम जी इस विषय से एक वचन करते न, देखो देखो माटी का पुतरा कैसे नचत है। अपने बनाए हुए सानू वेख के ना हसदा परमेश्वर। जिन उपाई रंग रवाई बैठा वेखे वख अकेला। की कहना है, देखो देखो माटी का पुतरा कैसे नचत है, जब कछ पावे तब गर्व करता है, माया गई तब रोवन लगत है। ये साडी हालत है, मनमुखा की हालत है। ते गुरमुख वो डोलते नहीं, ਉਹਦੇ रंग विच खुश रहते हैं, भाणे खुश रहते हैं। चित चलै वित जावनो, उन्हां दा मन टिकदा नहीं जदों हथों माया निकलदी है। चाहे ਉਹ ਧੀਆਂ पुत्र होण, चाहे पैसा होवे, कुछ भी होवे, कहंदे ਉਹ डोल जांदा है। बाहर ढूंढ विगुची है, घर में वस्त सुथाए। ये बाहरों भालदा है सुख,
विगोचना हुंदा विछोड़ा, विगोचना हुंदा दुखी होना। इस करके ये परमेश्वर तो बंदा क्यों विछड़िया है कि ये शांति नूं सुख नूं बाहरों भालदा है। असल विच आनंद शांति सुख जिहड़ा इहदे अंदर है। बाहर ढूंढ विगुची है घर में वस्त सुथाए, वो वस्तु तो इहदे अंदर ही पई है। मनमुख हो मैं कर मुसी, जिहड़ा मनमुख है वो हंकार करदा ते ठगिया जा रहा। मुसरा हुंदा ठगे जाना। मनमुख जिहड़ा है पंजा विकारां दे राही ठगिया जा रहा है। गुरमुख पल्ले पाए, गुरमुख जिहड़ा है उस परमेश्वर नूं प्राप्त कर लैंदा है ते वो आनंद माणदा है ते मनमुख दुखी हुंदा है। फिर सानू अगे समझाउंदे आ मनमुखां नूं, साखत निर्गुण यारिया अपना मूल पछाण आप है तैनूं दसां सुख कित्थे हन। प्रीतम दा एक वचन है किसी फकीर दा, ना सुख विच गृहस्थ दे। साधु जिहड़ा साधु बन गया ना, घरों निकल गया, जंगल च निकल गया, वो कुछ समय बाद सोचदा जदों दुखी जा हुंदा, रोटी पानी करनो, कपड़े लत्ते करनियो, कहंदा यार इदों तां गृहस्थी चंगे सीगे, आपां ब्याह कराया हुंदा, घरे रहिंदे, नाले चंगी रोटी मिलदी, नाले कपड़े धोते मिलदे। पर हुण वो मुड़ नहीं सकदा वापस। इधर गृहस्थी जिहड़ा वो सोचदा यार आ वधिया विहले फिरदे है, ना कोई सौदा लियाउणा, ना कुछ करना, ना कतरना, आनंद माणदे है, आपां भी साध बन जांदे, एवें विआह करा लिया। पर किसी फकीर ने दोनों नूं सलाह दित्ती है कि दोनों नूं सुख नहीं है ना, दूजे की थाली 'च लड्डू वड्डा लगदा। वो फकीर कहंदा ना सुख विच गृहस्थ दे, गृहस्थी भी दुखी है, ना सुख छड्ड गया, साधु भी दुखी है, जंगलों में रहन वाले, फिर सुखी कौन है? सुख है विच विचार दे सतगुर शरण पिया। गृहस्थी भी सुखी हो सकता है जे चादर वेख के पैर पसारे, ज्ञान दे नाल जीवन बतीत करे, विचार दे नाल जीवन बतीत करे। साधु भी जे विचार करे कि यार हुण मैं साध बन गया, तैनूं वापस जाण दी लोड़ नहीं। बादशाह दे एक वचन पढ़ के आपां समाप्ति करदे आ। ये पंजवें पदे दी विचार आपां कल नूं सरवण करांगे। पातशाह जी की कहते हैं बाणी जी कथा ते, जो ग्रह करे तो धर्म कर। जे तू गृहस्थी बने तो तेरा काम है धर्म करना। तेरे दर ते कोई आया है, उन्होंने भोजन प्रशादा छका, क्योंकि तेरे कोले पकदा है। जो ग्रह करे तो धर्म कर, नहीं तो कर बैराग। जे तैथों गृहस्थी जीवन नहीं निभदा, तैनूं लगदा है, फिर तू परमेश्वर दे नाल जुड़ जा भाई, नाम जपिया कर। पर गल सुन ला, जे तू अज गृहस्थी जीवन त्याग के साध बन जे, फिर साध बन के मुड़ के गृहस्थियां वांगू कब्जे करने शुरू कर देवे। अज जिवें कई साध जेलों में कब्जे करके पे न, लोकां दीयां जमीनां, लोकां दी संपत्ति, लोकां दा शोषण कर करके जिहड़े साध जेलां च पे न, वो इसे करके पे न। जो ग्रह करे तो धर्म कर, नहीं तो कर बैराग। बैरागी बंधन करे ताको बड़ो अभाग। जे इस रास्ते ते चल के मुड़ के फिर तू गृहस्थियां वाले चक्रां च पै गया ना, फिर तेरे बहुत माड़े भाग होणगे। इस करके गुरु वाले बणीए। गृहस्थी जीवन माड़ा नहीं, चारा ही आश्रमां तो गृहस्थी जीवन उच्चा है। चारा दे नूं इह पालदा है, चारे इहदे विचों ही निकलदे आ। पर जिथे भी चल रहे हो, जीवन नूं विचार दे नाल बतीत करिए। रहिंदा शब्द चार पदे आपां कल दे दीवाना में सरवण करांगे। बोलदियां ने एक अखर बाद घाट हो जाते। सिख संगतां दे सतगुर बख्शण जोग है, बख्श लेना जी। समाप्ति करिए। बुलाओ फतेह, पाओ फतेह। वाहिगुरू जी का खालसा, वाहिगुरू जी की फतेह। वाहिगुरू, वाहिगुरू।